ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਸਾਧ ਸੰਗਤ ਜੀਓ, ਅਸੀਂ ਇਸ ਸੰਸਾਰ ਦੇ ਵਿੱਚ ਮਨੁੱਖਾ ਜੀਵਨ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਏ ਆ ਔਰ ਪਰਮਾਤਮਾ ਦੇ ਹੁਕਮ ਦੇ ਨਾਲ ਇੱਥੇ ਜਿਹੋ ਜਿਹੇ ਕਰਮ ਸਾਨੂੰ ਪਰਮਾਤਮਾ ਬਖਸ਼ਦਾ ਹੈ ਉਹੋ ਜਿਹੇ ਕਰਮ ਸਾਨੂੰ ਕਰਨੇ ਪੈਂਦੇ ਹੈ। ਔਰ ਜਦੋਂ ਪਰਮਪਿਤਾ ਪਰਮਾਤਮਾ ਸਾਨੂੰ ਸਾਡੀ ਰੂਹ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ, ਉਦੋਂ ਸਾਨੂੰ ਉਸ ਦੀ ਹੁਕਮ ਦੀ ਕਬੂਲੀ ਨੂੰ ਕਬੂਲ ਕਰਦੇ ਹੋਏ, ਹੁਕਮ ਨੂੰ ਕਬੂਲ ਕਰਦੇ ਹੋਏ ਅਸੀਂ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾਂਦੇ ਹਾਂ। ਔਰ ਉੱਥੇ ਸਾਡਾ ਕਰਮ ਦਾ ਲੇਖਾ, ਜੋ ਅਸੀਂ ਕਰਮ ਕਰਦੇ ਹਾਂ ਉਸ ਦਾ ਲੇਖਾ ਹੁੰਦਾ ਹੈ। ਉਸ ਦੇ ਹਿਸਾਬ ਦੇ ਮੁਤਾਬਕ ਸਾਨੂੰ ਦੋਸ਼ ਲੱਗਦੇ ਹੈ। ਔਰ ਦੋਸ਼ ਇਹ ਜਿਹੜੇ ਹੈ ਇਹ ਭਵ ਸਾਗਰ ਹੈ। ਕਰਮ ਦਾ ਦੋਸ਼ ਹੀ ਭਵ ਸਾਗਰ ਹੈ। ਕਰਮ ਦੇ ਦੋਸ਼ ਹੀ ਦੁੱਖ ਬਣ ਜਾਂਦੇ, ਦੁੱਖ ਹੀ ਭਵ ਨੂੰ ਕਹਿੰਦੇ ਆ। ਔਰ ਭਵ ਦਾ ਜਦੋਂ ਇੱਕ ਸਾਗਰ ਬਣ ਜਾਵੇ, ਉਹ ਅਨੇਕਾਂ ਦੁੱਖ ਬਣ ਜਾਣ, ਉਸ ਨੂੰ ਭਵ ਸਾਗਰ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਹੁਣ ਸੋਚਣ ਵਾਲੀ ਗੱਲ ਹੈ ਕਿ ਸਾਨੂੰ ਪਰਮ ਪਿਤਾ ਪਰਮਾਤਮਾ ਨੇ ਕਿਉਂ ਪੈਦਾ ਕੀਤਾ? ਕੀ ਲੋੜ ਸੀ ਸ੍ਰਿਸ਼ਟੀ ਸਾਜਣ ਦੀ? ਕੀ ਲੋੜ ਪਈ ਉਸ ਨੂੰ ਸ੍ਰਿਸ਼ਟੀ ਸਾਜਣ ਦੀ ਕਿ ਉਸਨੇ ਸ੍ਰਿਸ਼ਟੀ ਸਾਜੀ? ਔਰ ਇਤਿਹਾਸ ਗਵਾਹ ਹੈ, ਗੁਰਬਾਣੀ ਬਖਸ਼ਿਸ਼ ਕਰਦੀ ਹੈ ਕਿ ਉਹ ਪਰਮਪਿਤਾ ਪਰਮਾਤਮਾ 36 ਯੁੱਗ ਤੱਕ ਤਾੜੀ ਲਾ ਕੇ ਧੁੰਦੂਕਾਰ ਦੇ ਵਿੱਚ ਆਪਣਾ ਨਾਮ ਆਪ ਜਪਦਾ ਰਿਹਾ। ਔਰ ਇੱਕ ਦਿਨ ਫੁਰਨਾ ਆਇਆ ਕਿ ਕਿਉਂ ਨਾ ਇੱਕ ਖੇਲ ਖੇਲਿਆ ਜਾਵੇ। ਔਰ ਉਸ ਫੁਰਨੇ ਦੇ ਵਿੱਚ ਇਹ ਸੰਸਾਰ ਦਾ ਇੱਕ ਜਿਹੜਾ ਵਿਚਾਰ ਹੈ, ਸੰਸਾਰ ਦੀ ਪਦੈਸ਼ ਹੈ, ਸੰਸਾਰ ਦਾ ਸਾਰੇ ਖੇਲ ਦਾ ਕਰਮ ਹੈ ਜਿਹੜਾ ਉਹ ਚਿਤਰਿਤ ਹੋਇਆ। ਔਰ ਪਰਮਾਤਮਾ ਨੇ ਇਹ ਸੰਸਾਰ ਮਾਇਆ ਦੇ ਸਹਿਯੋਗ ਨਾਲ, ਪਹਿਲਾਂ ਮਾਇਆ ਪਰਮਾਤਮਾ ਨੇ ਸਾਜੀ ਔਰ ਫਿਰ ਮਾਇਆ ਦੇ ਸਹਿਯੋਗ ਨਾਲ ਬ੍ਰਹਮਾ ਵਿਸ਼ਨੂੰ ਮਹੇਸ਼ ਪੈਦਾ ਹੋਏ। ਔਰ ਮਾਇਆ ਦੇ ਸਹਿਯੋਗ ਨਾਲ ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਇਹ ਸਾਨੂੰ ਸੰਸਾਰ ਬਣਾ ਕੇ, ਕੁਦਰਤ ਬਣਾ ਕੇ ਸਾਨੂੰ ਮਨੁੱਖਾ ਦੇਹੀ ਬਖਸ਼ ਕੇ ਇੱਥੇ ਇਸ ਮਾਤਲੋਕ ਦੇ ਉੱਤੇ ਕਰਮ ਕਰਨ ਵਾਸਤੇ ਭੇਜ ਦਿੱਤਾ। ਹੁਣ ਕਿਹੜੇ ਕਰਮ ਕਰਨ ਵਾਸਤੇ ਭੇਜਿਆ? ਆਮ ਵਿਚਾਰਕ ਬਹੁਤ ਗੱਲਾਂ ਕਰਦੇ ਆ ਕਿ ਜੀ ਆਹ ਕੰਮ ਸਾਨੂੰ ਕਰਨਾ ਚਾਹੀਦਾ ਹੈ, ਉਹ ਸਾਨੂੰ ਕਰਨਾ ਚਾਹੀਦਾ ਹੈ ਜੀ। ਉਹ ਜਿਹੜੇ ਸਿਆਣੇ ਲੋਕ ਹੈ ਜੀ ਉਹ ਆਏ ਕਰਦੇ ਆ ਜੀ, ਉਹ ਆਏ ਕਰਦੇ ਆ ਜੀ। ਇਕੱਲੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੁਛ ਨਹੀਂ ਹੁੰਦਾ ਜੀ। ਭਈ ਪਰਮਾਤਮਾ ਨੇ ਸਾਨੂੰ ਪੈਦਾ ਕਿਉਂ ਕੀਤਾ ਤੇ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਤੇ ਕਿਸ ਵਾਸਤੇ ਭੇਜਿਆ? ਔਰ ਕੀ ਉਸ ਪਰਮਪਿਤਾ ਪਰਮਾਤਮਾ ਦਾ ਖੇਲ ਹੈ ਕਿ ਜਿਹੜਾ ਉਸ ਪਰਮਪਿਤਾ ਪਰਮਾਤਮਾ ਨੂੰ ਮਨਜ਼ੂਰ ਹੈ ਕਿ ਅਸੀਂ ਐਸਾ ਕਰਮ ਕਰੀਏ ਤੇ ਉਹ ਸਾਡੇ ਤੇ ਖੁਸ਼ ਹੋਵੇ? ਗੁਰੂ ਸਾਹਿਬ ਗੁਰਬਾਣੀ ਬਖਸ਼ਿਸ਼ ਕਰਦੀ ਹੈ, ਇਸ ਸੰਸਾਰ ਦੇ ਉੱਤੇ ਪ੍ਰਾਣੀ ਜਿਹੜਾ ਹੈ ਨਾ, ਪ੍ਰਾਣੀ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁਕਤੀ ਚੱਲੀ ਰੈਣ। ਹੁਣ ਗੁਰਬਾਣੀ ਦੀ ਇਹ ਤੁਕ ਸਾਨੂੰ ਬਖਸ਼ਿਸ਼ ਕਰਦੀ ਹੈ ਕਿ ਇਸ ਸੰਸਾਰ ਦੇ ਵਿੱਚ ਇਹ ਜਿਹੜਾ ਪ੍ਰਾਣੀ ਆਇਆ ਹੈ ਨਾ, ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਸਾਨੂੰ ਬਖਸ਼ਿਸ਼ ਪਰਮਾਤਮਾ ਦੀ ਪੰਚਮ ਪਾਤਸ਼ਾਹ ਜੀ ਸਮਝਾਉਂਦੇ ਆ, ਭਾਈ ਪ੍ਰਾਣੀ ਕੀ ਲੈਣ ਆਇਆ ਸੰਸਾਰ ਦੇ ਉੱਤੇ? ਪ੍ਰਾਣੀ ਆਇਆ ਲਾਹਾ ਲੈਣ, ਤੇ ਲਾਹਾ ਕਿਹੜਾ ਲੈਣਾ ਹੈ? ਮਿਲ ਸਾਧ ਸੰਗਤ ਭਜ ਕੇਵਲ
ਨਾਮ परमात्मा ਦਾ ਨਾਮ ਸਿਮਰਨ ਕਰਕੇ ਸਾਧ ਸੰਗਤ ਦੇ ਵਿੱਚ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਪਰਮ ਪਿਤਾ परमात्मा ਨਾਲ ਜੋੜ ਕਰ ਲਿਆ ਹੈ, ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ परमात्मा ਦਾ ਨਾਮ ਭਜ। ਕੇਵਲ ਹਰਿ ਨਾਮ, ਹੋਰ ਕੋਈ ਨਾਮ ਨਹੀਂ ਹੈ। ਹੁਣ ਬਹੁਤ ਲੋਕ ਆਪਣੀਆਂ ਵਿਚਾਰਾਂ ਦੇ ਵਿੱਚ ਗੱਲਾਂ ਕਰਦੇ, ਆਪਣੇ ਆਪ ਨੂੰ ਬਹੁਤ ਸਿਆਣਿਆਂ ਖਵਾਈ ਜਾਂਦੇ ਆ। ਉਹ ਜੀ ਸੰਸਾਰ ਦੇ ਵਿੱਚ ਜੇ ਕੋਈ ਪਿੰਡ ਦੇ ਵਿੱਚ ਕੋਈ ਸਿਆਣਾ ਪੜ੍ਹਿਆ ਲਿਖਿਆ ਬੰਦਾ ਹੋਵੇ ਤੇ ਉਹ ਜੀ ਫਲਾਣਾ ਕੰਮ ਕਰੇ, ਉਹ ਐਂ ਕਰੇ ਜੀ, ਉਹ ਐਂ ਕਰੇ ਜੀ, ਉਹ ਐਂ ਕਰੇ ਜੀ। ਭਾਈ ਮੈਨੂੰ ਇਹ ਦੱਸੋ ਵੀ परमात्मा ਨੇ ਤਾਂ ਸਿਰਫ ਸਾਨੂੰ ਇਹ ਭੇਜਿਆ ਹੈ ਕਿ परमात्मा ਦੇ ਨਾਮ ਸਿਮਰਨ ਕਰਨ ਦਾ ਲਾਹਾ ਲੈਣ ਵਾਸਤੇ। ਉਹ ਤਾਂ ਅਸੀਂ ਕਰਦੇ ਨਹੀਂ, ਤੇ ਜਿਹੜੇ ਸੰਸਾਰੀ ਕਰਮ ਅਸੀਂ ਮਨਮੱਤ ਦੁਆਰਾ ਕਰਦੇ। ਇਹ ਕਰਮ ਜਿਹੜਾ ਹੈ ਪ੍ਰਾਣੀ ਆਇਆ ਲਾਹਾ ਲੈਣ ਆਇਆ ਸੀ, ਪਰ ਲੱਗ ਗਿਆ ਕਿਤਕ ਫਕੜੇ ਭਾਵ ਸੰਸਾਰ ਦੇ ਕੰਮਾਂ ਦੇ ਵਿੱਚ। ਮੈਂ ਵਪਾਰੀ ਬਣ ਗਿਆ, ਮੈਂ ਰਾਜਾ ਬਣ ਗਿਆ, ਮੈਂ ਸੇਠ ਬਣ ਗਿਆ, ਮੈਂ ਦੁਕਾਨਦਾਰ ਬਣ ਗਿਆ, मैं कारखानेदार बन गया, मैं जमींदार बन गया, मैं दुनियादार बन गया। ऐसियां सोचां संसार के लोगों के दिमाग दे विच आ गईयां और परमात्मा का नाम जिहड़ा सी भुल गया। लगा कितक फकड़े, एक फकड़े कामां दे विच जिन्हां दे विच कोई रस नहीं है। ਅਸੀਂ दुकानदार बन जाइए तो सारी जिंदगी कमाई करी जाइए, कोई फायदा नहीं है। कारखानेदार बन जाइए, सारी जिंदगी रुपया धन इकट्ठा करी जाइए। ਅਸੀਂ पढ़न लग जाइए, ज्ञानी बन जाइए, विद्वान बन जाइए, कोई फायदा नहीं है। गुरु साहब कहते हैं, गुरु साहब सानू बख्शिश करते हैं, ज्ञानी चतुर्मुख पढ़िया लिखिया, ज्यादा पढ़िया लिखिया, सियाणा विद्वान, कहते ये किसी काम नहीं है जे परमात्मा का नाम सिमरन नहीं कर रहा। ते संसार के कई प्रचारक ऐसे है कि वो कहते हैं संसार वैगुरू वैगुरू करिया की होएगा, तुसी फलाना काम करो, तुसी फलाना काम करो, तुसी फलाना काम करो। मैनू ये नहीं समझ आती भी संसार गुरु महाराज ने पंचम पातशाह जी ने तो सानू है कि संसार चो बाहर निकलो, परमात्मा का नाम सिमरन करके भज केवल नाम। गुरु साहब कहते हैं जे तू हाले नहीं भेजा तो सरंजाम लाग भवजल तरन के। ये भवजल जिहड़ा दुखां दा सागर है, जिन्हों तू संसार नूं जिहड़ा सुख समझी बैठा है, वो विद्वाना लोगों जिहड़े विद्वान बने फिरदे वो मूर्ख बने फिरदे। उन्होंने नहीं समझ आती बई ज्ञान जिहड़ा है, ज्ञान कला गल्लां नाल नहीं है। ज्ञान गुरु का ज्ञान जिहड़ा है वो गुरु की शरण है, गुरु की रजा है। गुरु का नाम ही गुरु है, नाम ही वाहिगुरू है, नाम ही अमृत है, नाम ही बाणी है, नाम ही प्राणी दा पैदाइश करने वाला है, नाम ही प्रवाणी नूं मेटण वाला है, नाम ही प्रवाणी नूं विकास करने वाला है, खुशी देने वाला है, आनंद देने वाला है, परमा आनंद देने वाला है। फिर साडे संसार के कई प्रचारक ऐसे ही बैठे हैं जिहड़े यही कही जाते हैं भाई आ काम करो, तुसीं आ काम करो जी, तुसीं आ काम करो जी, परमात्मा का नाम सिमरन करिया कुछ नहीं होना जी। कमाल हो गई है भाई। प्राप्त मानख धेरिया, सानू मनुखा देही इसे वास्ते मिली है। गोबिंद मिलन की, गोबिंद कोई होर है कि संसार दे विच, परमात्मा नहीं है। ये वारी तेनों दिती है मनुखा जन्म दे के, क्योंकि मनुख तो ही परमात्मा की भगती हो सकती है, और किसी जीव तो नहीं है। ते मनुखा देही जिहड़ी है वो भगती नूं छड्ड के संसार दे कामां कारां दे विच लग जावे, सुगड़ बन जावे, सियाणा बन जावे, बड़ा ज्ञानी हो जावे, बड़ा विद्वान हो जावे, बड़ा पढ़िया लिखिया हो जावे। लोग लश्कर ओहदे 5-5 10-10 लाख बंदे मगर लगदे हो ते ओह कह दे मैं जो गल कह रहा वो सही है। परमात्मा का कोई पता नहीं है कि परमात्मा की मंगदा है। परमात्मा ने सानू केड़ा लाहा लैण वास्ते भेजिया? परमात्मा ने तो सानू लाहा लैण वास्ते भेजिया है नाम सिमरन करन दा। भज केवल हर नाम। ते संसार के लोग जिहड़े संसार के प्रचारक जिहड़े ये कही जांदे संसार के फलाने काम करो, संसार के फलाने काम करो।
ਉਹ ਗਿਆਨ ਹੁੰਦਿਆਂ ਹੋਇਆਂ ਵੀ ਗਿਆਨ ਦੀ ਗੱਲ ਵੀ ਕਰਦੇ ਆ, ਪਰ ਫਿਰ ਮਤਲਬ ਵਿੱਚ ਅੜ ਜਾਂਦੇ ਆ ਕਿ ਮੈਂ ਦਾ ਗਿਆਨ ਕਰਦੇ, ਮੈਂ ਦਾ ਕਰਮ ਕਰਦੇ ਆ। ਸੰਸਾਰ ਦੇ ਕਰਮ ਜਿਹੜੇ ਆ ਉਹ ਮੈਂ ਦੇ ਵਿੱਚ ਆ ਕੇ ਕਰਦੇ ਆ ਕਿ ਇਹ ਕਰੋ, ਅਸੀਂ ਆਏ ਕਰ ਦਿਆਂਗੇ, ਅਸੀਂ ਆਏ ਹੋ ਜੂਗਾ। ਕੁਛ ਵੀ ਕਰੀ ਜਾਓ, ਜੇ ਪ੍ਰਮਾਤਮਾ ਨਹੀਂ ਚਾਹੇਗਾ ਨਾ ਤਾਂ ਤੁਹਾਡੇ ਕੀਤਿਆਂ ਕੁਛ ਨਹੀਂ ਹੋਵੇਗਾ। ਕਿੰਨਾ ਹੀ ਕਰੀ ਜਾਓ, ਪ੍ਰਮਾਤਮਾ ਨੂੰ ਸੰਸਾਰ ਸਭ ਦਿਖ ਰਿਹਾ ਹੈ ਕਿ ਕਿਹੜਾ ਮਨੁੱਖ ਜਿਹੜਾ ਹੈ ਉਹ ਸੱਚ ਕਰਮ ਕਰ ਰਿਹਾ, ਕਿਹੜਾ ਮਨੁੱਖ ਜਿਹੜਾ ਕੂੜ ਕਰਮ ਕਰ ਰਿਹਾ, ਕਿਹੜਾ ਮਨੁੱਖ ਜਿਹੜਾ ਚਾਲਾਕੀ ਦੀ ਖੇਡ ਖੇਡ ਰਿਹਾ, ਕਿਹੜਾ ਮਨੁੱਖ ਜਿਹੜਾ ਜ਼ੋਰ ਕਰ ਰਿਹਾ, ਧੱਕਾ ਕਰ ਰਿਹਾ ਹੈ। ਇਹ ਉਹਨੂੰ ਹੰਕਾਰ ਹੋ ਗਿਆ ਕਿ ਮੈਂ ਬਹੁਤ ਸੁੰਦਰ ਹਾਂ, ਉਹਨੂੰ ਹੰਕਾਰ ਹੋ ਗਿਆ ਕਿ ਮੈਂ ਬਹੁਤ ਧਨਵਾਨ ਹਾਂ। ਕਮਾਲ ਹੋ ਗਈ ਹੈ। ਪ੍ਰਮਾਤਮਾ ਦੀ ਭਗਤੀ ਨੂੰ ਨਾ ਜਾਣਦੇ ਹੋਏ ਇਸੇ ਨੂੰ ਪ੍ਰਮਾਤਮਾ ਦੀ ਭਗਤੀ ਬਣੀ ਬੈਠੇ ਹੈ, ਇਸੇ ਨੂੰ ਪ੍ਰਮਾਤਮਾ ਦੀ ਭਗਤੀ ਮੰਨੀ ਬੈਠੇ ਆ ਲੋਕ ਸੰਸਾਰ ਦੇ ਵਿੱਚ। ਪਰ ਗੁਰੂ ਸਾਹਿਬ ਬਖਸ਼ਿਸ਼ ਕਰਾਉਂਦੇ ਆ, ਪ੍ਰਾਣੀ ਆਇਆ ਲਾਹਾ ਲੈਣ ਸਿਰਫ ਪ੍ਰਮਾਤਮਾ ਦੇ ਨਾਮ ਦੀ ਕਿਰਤ ਕਰਨ ਵਾਸਤੇ। ਬਾਕੀ ਸਭ ਕਿਰਤਾਂ ਜਿਹੜੀਆਂ ਇਸ ਨਾਮ ਦੀ ਕਿਰਤ ਤੋਂ ਥੱਲੇ ਹੈ, ਔਰ ਬਾਕੀ ਸਭ ਕਿਰਤਾਂ ਕਸ਼ਟ ਦੇਣ ਵਾਲੀਆਂ ਹੈ, ਨਰਕ ਦੇਣ ਵਾਲੀਆਂ ਹੈ, ਦੁੱਖ ਦੇਣ ਵਾਲੀਆਂ ਹੈ, ਭਵ ਸਾਗਰ ਦੇ ਵਿੱਚ ਸਿੱਟਣ ਵਾਲੀਆਂ ਹੈ। ਪਰ ਇੱਕੋ ਇੱਕ ਕਿਰਤ ਹੈ ਜਿਹੜੀ ਪ੍ਰਮਾਤਮਾ ਦੇ ਨਾਮ ਦੇ ਲਾਹੇ ਦੀ ਕਿਰਤ ਹੈ। ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੀ ਕਿਰਤ ਜਿਹੜੀ ਹੈ ਉਹ ਪ੍ਰਮਾਤਮਾ ਦੀ ਦਰਬਾਰ ਦੇ ਵਿੱਚ ਜਾ ਕੇ ਮਨਜ਼ੂਰ ਹੁੰਦੀ ਹੈ। ਸੱਚਖੰਡ ਦੇ ਦੁਆਰੇ ਦੇ ਉੱਤੇ ਜਾ ਕੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਮਨਜ਼ੂਰ ਹੁੰਦੀ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ, ਲੱਗਾ ਕਿ ਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਤੈਨੂੰ ਜਿੰਨੀ ਜ਼ਿੰਦਗੀ ਦਿੱਤੀ ਹੈ ਤੂੰ ਸੰਸਾਰ ਦੇ ਕੁਫਕੜੇ ਕੰਮਾਂ ਦੇ ਵਿੱਚ ਹੀ ਲੱਗ ਗਿਆ, ਭੁੱਲ ਗਿਆ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ। ਮੈਂ ਨਾਮ ਸਿਮਰਨ ਕਰਨ ਆਇਆ ਸੀ, ਮੈਂ ਪ੍ਰਮਾਤਮਾ ਨਾਲ ਮਿਲਣ ਕਰਨ ਆਇਆ ਸੀ। ਗੁਰੂ ਸਾਹਿਬ ਸਾਨੂੰ ਸਪਸ਼ਟ ਸਮਝਾਉਂਦੇ ਆ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕੰਮ। ਗੋਬਿੰਦ ਮਿਲਣ ਤੋਂ ਇਲਾਵਾ ਤੇਰਾ ਕੰਮ ਹੀ ਕੋਈ ਨਹੀਂ ਹੈ, ਬਾਕੀ ਕੰਮ ਸਾਰੇ ਝੂਠ ਹੈ। ਬਿਨ ਨਾਮ ਹੈ ਸਭ ਝੂਠ ਹੈ। ਨਾਮ ਤੋਂ ਬਿਨਾਂ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਸਾਰਾ ਕਰਮ ਜਿਹੜਾ ਹੈ, ਸਾਰਾ ਸੰਸਾਰ ਜਿਹੜਾ ਹੈ ਉਹ ਝੂਠਾ ਹੈ। ਨਾਮ ਹੈ ਤਾਂ ਸੰਸਾਰ ਹੈ, ਜੇ ਨਾਮ ਨਹੀਂ ਹੈ ਤਾਂ ਸੰਸਾਰ ਕਿਸੇ ਕੰਮ ਦਾ ਨਹੀਂ। ਸੰਸਾਰ ਤਾਂ ਪ੍ਰਮਾਤਮਾ ਇੱਕ ਚੁਟਕੀ ਦੇ ਵਿੱਚ, ਇੱਕ ਕਸ਼ਣ ਦੇ ਵਿੱਚ ਖਤਮ ਕਰ ਸਕਦਾ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਸਪਸ਼ਟ ਕਹੀ ਜਾਂਦੇ ਆ ਗੁਰੂ ਸਾਹਿਬ, ਪੰਚਮ ਪਾਤਸ਼ਾਹ ਜੀ ਜੇ ਗੱਲ ਕਹਿੰਦੇ ਆ ਤੇ ਕੋਈ ਸੰਸਾਰ ਦਾ ਐਸਾ ਬੰਦਾ ਹੈ ਵੀ ਜਿਹੜਾ ਇਹ ਕਹਦੇ ਵੀ ਇਹ ਗਲਤ ਹੈ, ਇਹ ਭਗਤੀ ਨਹੀਂ ਹੈ, ਇਹ ਨਹੀਂ ਭਗਤੀ ਮਨਜ਼ੂਰ। ਭਗਤੀ ਤਾਂ ਉਹ ਮਨਜ਼ੂਰ ਹੈ ਜਿਹੜਾ ਪੜ੍ਹਿਆ ਲਿਖਿਆ ਹੋਵੇ, ਬੜੀਆਂ ਵਕਾਲਤਾਂ ਕਰੇ, ਬੜੀਆਂ ਗੱਲਾਂ ਕਰੇ, ਬੜੇ ਚਲਾਕੀਆਂ ਕਰੇ, ਬੜੀਆਂ ਹੁਸ਼ਿਆਰੀਆਂ ਕਰੇ, ਉਹ ਭਗਤੀ ਹੈ। ਇਹ ਭਗਤੀ ਨਹੀਂ ਹੈ। ਪਰ ਗੁਰੂ ਸਾਹਿਬ ਇਹ ਕਹਿੰਦੇ ਆ ਵੀ ਇਹ ਭਗਤੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ। ਕਹਿੰਦੇ ਭਾਈ ਇਹੋ ਜਿਹੇ ਕਰਮ ਕਰਨੇ ਸ਼ੁਰੂ ਕਰ ਦੇ ਜਿਹਦੇ ਨਾਲ ਤੇਰਾ ਭਾਵ ਜਲ ਜਿਹੜਾ ਹੈ, ਦੁੱਖਾਂ ਦਾ ਸਾਗਰ, ਜਿੰਨੇ ਤੂੰ ਕਰਮ ਕਰੀ ਜਾਣਾ ਇਹ ਦੁੱਖਾਂ ਦਾ ਸਾਗਰ ਹੈ, ਇਹ ਦੁੱਖਾਂ ਦੇ ਵਿੱਚ ਡਿੱਗੇਗਾ, ਤੂੰ ਡੁੱਬ ਜਾਏਗਾ। ਇਸ ਤੋਂ ਤਰਨ ਦਾ ਇੰਤਜ਼ਾਮ ਕਰ ਲੈ। ਜਨਮ ਵਿਰਥਾ ਜਾਤ ਰੰਗ ਮਾਇਆ, ਕਿ ਤੈਨੂੰ ਮਨੁੱਖਾ ਦੇਹੀ ਤੇ ਇਸ ਵਾਸਤੇ ਦਿੱਤੀ ਸੀ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਕਰ, ਤੇ ਤੂੰ ਮਾਇਆ ਦੇ ਕਰਮ ਕਰਦਾ ਹੋਇਆ ਮਾਇਆ ਦੇ ਵਿੱਚ ਹੀ ਲੀਨ ਹੋਇਆ ਫਿਰਦਾ ਤੇ ਭਗਤੀ ਨੂੰ ਭੁੱਲ ਗਿਆ। ਭਗਤੀ ਕਿਹੜੀ ਹੈ? ਇਹ ਭੁੱਲ ਗਿਆ ਪ੍ਰਮਾਤਮਾ ਕਿਹੜਾ ਹੈ। ਤੂੰ ਪ੍ਰਮਾਤਮਾ ਨੂੰ ਹੀ ਭੁੱਲ ਗਿਆ, ਤੂੰ ਸੰਸਾਰ ਨੂੰ ਹੀ ਮਾਇਆ ਨੂੰ ਹੀ ਪ੍ਰਮਾਤਮਾ ਸਮਝੀ ਬੈਠਾ, ਤੂੰ ਸੰਸਾਰ ਦੇ ਕਰਮਾਂ ਨੂੰ ਹੀ ਮਾਇਆ ਸਮਝੀ ਬੈਠਾ, ਤੂੰ ਸੰਸਾਰ ਨੂੰ ਹੀ ਸੱਚ ਸਮਝੀ ਬੈਠਾ। ਸੱਚ ਹੈ ਪ੍ਰਮਾਤਮਾ ਦਾ ਨਾਮ, ਸੱਚ ਹੈ ਪ੍ਰਮਾਤਮਾ ਦੀ ਬਾਣੀ। ਨਾਮ ਬਾਣੀ ਸ਼ਬਦ ਅੰਮ੍ਰਿਤ ਨਾਮ, ਇਹ ਉਸ ਪਰਮ ਪਿਤਾ ਪ੍ਰਮਾਤਮਾ ਦੇ ਨਾਮ ਦੇ ਰੂਪ ਹੈ। ਜਦੋਂ ਭਾਈ ਇਹ ਤੇਰੇ ਹਿਰਦੇ 'ਚ ਵਸਣਗੇ, ਪ੍ਰਮਾਤਮਾ ਦਾ ਨਾਮ, ਪ੍ਰਮਾਤਮਾ ਦਾ ਸਰੂਪ, ਪ੍ਰਮਾਤਮਾ ਦੀ ਬਾਣੀ ਜਦੋਂ ਤੂੰ ਆਪਣੇ ਮਨ ਦੇ ਵਿੱਚ ਵਸਾ ਲਏਗਾ, ਉਦੋਂ ਤੇਰੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਏਗੀ। ਤੇ ਗੁਰੂ ਸਾਹਿਬ ਕਹਿੰਦੇ ਆ, ਸਰੰਜਾਮ ਲਾਗ, ਐਸੇ ਕੰਮ ਕਰਨ ਵਾਸਤੇ ਭਵਜਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਮਾਇਆ। ਕਿਉਂ ਭਲਿਆ ਲੋਕਾਂ, ਤੇਰਾ ਜਨਮ ਜਿਹੜਾ ਹੈ ਨਾ ਉਹ ਬਿਰਥਾ ਜਾ ਰਿਹਾ ਰੰਗ ਮਾਇਆ ਦੇ।
फिर कर की तू कर भाई, कहो नानक हम नीच करमा, शरण परे की राखो शर्मा भाई। इस तरह दे नाल बेनती लाओ परमात्मा नूं, सच्चे पातशाह किरपा करो। कहो नानक हम नीच कर्म, आसमी तो नीच कर्म करते रह गए, परम पिता परमात्मा संसारी कर्म करते रह गए, किरत कर्म दे विच असीं परमात्मा तो विछड़ गए। सच्चे पातशाह किरपा करो, किरत कर्म के विछड़े कर किरपा मेलो राम। ये बेनती लाओ भाई, ते तुहाडा जीवन जिहड़ा है सफल हो जाएगा। तुसीं संसार दे कारज करन वास्ते नहीं आए, हवाई जहाज उड़ाउण वास्ते नहीं आए, एटम परमाणु बंब बनाने वास्ते नहीं आए, बिल्डिंगां हवेलियां कोठियां इकट्ठियां करने वास्ते नहीं आए। संसार के लश्करां नूं अपने मगर ला के अपने तरीके नाल उन्हां नूं अपने तरीके नाल तुसीं चला रहे हो। ये काम सच दा नहीं है, ये कूड़ है, ये झूठ है, ये हौमे है। और हौमे का नाम नाल विरोध है। जिथे हौमे होएगा, जिथे मैं होएगी, जिथे मैं दे कारज होणगे, उथे परमात्मा का नाम नहीं होएगा। जिथे परमात्मा का नाम नहीं होएगा, उथे परमात्मा नहीं होएगा। और जिथे परमात्मा नहीं होएगा, उथे सुख नहीं होएगा। जिथे सुख होएगा, उथे परमात्मा होएगा। परमात्मा का परमा आनंद सुख ही साडे जीवन नूं सुखी करके परमात्मा के चरनां च ले जाके सानूं सुख आनंद की प्राप्ति करवा सकता है। परमात्मा के दर्श दारे भी करवा सकता है। परमात्मा ने तो खेल सिर्फ यही खेलिया सी कि मेरा जीव संसार के उत्ते जाके एक खेल खेले। मैं अखां दे उत्ते उसते माया दे पर्दा पा दिता है, और वो माया दे पर्दे नूं उतार के मैनूं लभण दी कोशिश करे। और कोशिश करने का तरीका यह है कि परमात्मा का नाम सिमरन करे, परमात्मा की भगती करे, अपने हिरदे दे विच वाहिगुरू नाम का, परमात्मा के नाम का जस करे, सिफत सलाह करे, वडियाई करे, परमात्मा के गुणां दी गायन करे, परमात्मा के गुणां नूं अपने हिरदे दे विच धारण करे। गुरु साहब कहते हैं ना, सुनिया मन्निया मन कीता पाओ। परमात्मा के गुणां नूं सुनो, फिर मन लो, ते फिर मन के मन दे विच उस नाल प्यार करो। मन कीता भाओ अंतरगत तीरथ मल नहाओ। इस तरह दे नाल तुसीं नाम सुन के, मन के, गा के अपने अंतर हिरदे दे विच तुसीं जदों इशनान करोगे ना, फिर तुहाडे अंदरले पासे परमात्मा दे वाले गुण जिहड़े है वो प्रगट हो जाएंगे। सुनिया मन्निया मन कीता भाओ अंतरगत तीर्थ मल नहाओ। सब गुण तेरे मैं नाही कोए। ऐसी अवस्था बना लो, हे परम पिता परमात्मा, सारे गुण तेरे है, मेरे विच कोई नहीं है, पर किरपा कर। बिन गुण कीते भगत ना होए। गुणां दी वजह करके परमात्मा दे गुणां बिना साडी भगती जिहड़ी है वो मंजूर नहीं है। गुण ही भगती है, मन लेना ही परमात्मा के गुणां नूं, परमात्मा के नाम नूं, परमात्मा की बाणी सुन के परमात्मा के नाम नूं मन लेना ही, परमात्मा के गुणां नूं अपने हिरदे दे विच धारण कर लेना। और वो वाहिगुरू वाहिगुरू नाम सिमरन करके अपने हिरदे नूं अवगुणां तो रहत कर लेना ही भगती है। यही परमात्मा की भगती है। तो साध संगत जी इन्हें विचारा करते हुए असी कोशिश करते हैं, भाई गुरमुख प्यारिओ, गुरु की बाणी सुन के सरवण करके गुरु के चरणों च बैठ के एक कोशिश करिया करो कि भगती की है, सानू केड़ा कर्म जिहड़ा है वो परमात्मा के रस्ते वाल लैके जाएगा। परमात्मा नूं बेनती लाया करो, सच्चे पातशाह सानू विवेक बुद्ध बख्श, हंस प्रवृत्ति बख्श। जिवें हंस दुध और दुध दे विचों पानी और दुध नूं अलग कर दिंदा है, ऐसी मत साडी बण जानी चाहिदी है कि साडे दिमाग दे विच कर्म केड़ा सच्चा है और केड़ा झूठा है, इस दी पछाण आ जानी चाहिदी है। यही भगती है, यही परमात्मा नूं पछाण करवाउंदी है। और जदों परमात्मा नाल पछाण हो जाती है, परमात्मा नाल विहार हो जाता है, परमात्मा नाल लैन देन हो जाता है, परमात्मा नाल उठत बैठत जदों असीं परमात्मा का नाम सिमर करते हैं, उदों परमात्मा नाल लिंक हो जाता है, जोड़ हो जाता है, तो उदों परम पिता परमात्मा साडे ते खुश हो के सानू खुशियां बख्श दिंदा है। गुरु साहब बख्शिश करते हैं, रूप न रंग न रेख किछ
रूप रंग न रेख किश त्रै गुण ते प्रभ पिन। वो सानू दिसदा तो नहीं है पर सानू खुशियां बख्श के निहाल कर दिंदा है। तिसै बुझाए नानका जिस होवे सो प्रसन्न। जिस रूह ते जिस गुरु प्यार वाली आत्मा ते वो प्रसन्न हो जाता, उसनों अपना आप बुझा दिंदा है, अपना आप दिखा दिंदा है, अपने चरणों दे विच उसनों थां बख्श दिंदा है। तो इन्नियां विचारा करदे होए साध संगत जी असी भी आप जी नूं ये बेनती करदे हां भाई ऐसियां विचारां जिहड़ियां है, ऐसे गुण जिहड़े है परमात्मा की शरण बैठ के परमात्मा के नाम सिमरन करिया धारण करो। परमात्मा तुहानू भी ऐसियां बख्शां बख्श देगा जिहड़ियां गुरबाणी सानू ये दसदी है। गुरबाणी तो सूझ लिया करो, गुरबाणी जिहड़ी है सच है। सधारण किसी भी विचारक की सधारण किसी भी बंदे की सधारण किसी भी प्रचारक की गल जिहड़ी है झूठी हो सकती है, पर गुरबाणी दे विच जिहड़ी उच्चारण बाणी है वो बाणी सच है, बिल्कुल सच है, 100% सच है। उस बाणी नूं सच करके मन्निया करो ते बाणी नूं सच करके मन्नोगे ते परमात्मा की किरपा हो जाएगी। इन्नियां विचारा करते हुए साध संगत जी क्षमा दे जाचका। वाहिगुरू जी का खालसा वाहिगुरू जी की फतेह।